असलामुअलैकुम की हाल है सारिਆਂ ਦਾ ठीक ठाक हो से ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਪਾਕਿਸਤਾਨ ਅਗਰ ਤੁਸੀਂ ਕਿਰਾਏਦਾਰ ਘਰ ਵਾੜ ਦਿੰਦੇ ਹੋ, ਤੁਹਾਨੂੰ ਪਤਾ ਕਿਰਾਏਦਾਰ ਭੈੜਾ ਨਿਕਲ ਆਵੇ ਤੇ ਮਕਾਨ 'ਚੋਂ ਕੱਢਣਾ ਮੁਸ਼ਕਿਲ ਹੋ ਜਾਂਦਾ। ਬੇਸ਼ੱਕ ਤੁਸੀਂ ਪੁਲਿਸ ਕੋਲ ਜਾਓ, ਕੋਈ 100 ਟੱਕਰਾ ਮਾਰੋ, ਤਲੁਕਾਤ ਇਸਤੇਮਾਲ ਕਰੋ, ਉਹ ਬੰਦਾ ਅਗਰ ਕਬਜ਼ਾ ਕਰ ਲੇ ਤਾਂ ਤੁਹਾਡੇ ਵਾਸਤੇ ਛਡਾਉਣਾ ਮੁਸ਼ਕਿਲ ਹੋ ਜਾਂਦਾ। ਤੇ ਯੂਰਪ ਵੀ ਇਹਦੇ ਤੋਂ ਘੱਟ ਨਹੀਂ ਹੈ। ਯੂਰਪ 'ਚ ਵੀ ਅਗਰ ਤੁਸੀਂ ਮਕਾਨ ਖਰੀਦੇ ਆ ਤੇ ਕਿਰਾਏ ਤੇ ਦਿੰਦੇ ਹੋ ਤੇ ਤੁਸੀਂ ਹਾਲੀ ਕਰਾਉਣਾ ਚਾਹੁੰਦੇ ਹੋ ਤੇ ਤੁਹਾਡੇ ਵਾਸਤੇ ਬਹੁਤ ਔਖਾ। ਤੁਹਾਨੂੰ ਅਦਾਲਤਾਂ ਹੀ ਜਾਣਾ ਪੈਂਦਾ ਤੇ ਅਦਾਲਤਾਂ 2-2 3-3 ਸਾਲ ਦਾ ਟਾਈਮ ਦੇ ਦਿੰਦੀਆਂ ਤਾਂ ਜਾ ਕੇ ਮਕਾਨ ਇੱਥੇ ਖਾਲੀ ਹੁੰਦੇ ਨੇ। ਜਵਾਨਾ ਇੱਕ ਇੰਗਲੈਂਡ, ਉਹਨੂੰ ਦੋਸਤ ਨੇ ਫੋਨ ਕੀਤਾ ਯੂਰਪ 'ਚੋਂ, ਕਹਿੰਦਾ ਯੂਰਪ 'ਚ ਇੱਕ ਮਕਾਨ ਲੈ ਲੈ, ਤੂੰ ਸੌਖਾ ਵੀ ਆਏ ਤੇ ਬੜੇ ਤੈਨੂੰ ਪੈਸੇ ਪੇ ਬਚਣਗੇ। ਉਹਨੇ ਕਿਹਾ ਕਿ ਕੋਈ ਪੈਸੇ ਬਚਣਗੇ? ਉਹਨੇ ਕਿਹਾ 700-800 ਯੂਰੋ ਮਹੀਨੇ ਦਾ ਤੈਨੂੰ ਪਿਆ ਆਵੇਗਾ, ਤੂੰ ਇੱਥੇ ਮਕਾਨ ਲੈਣਾ 70-80 ਹਜ਼ਾਰ ਯੂਰੋ ਦਾ ਤੇ ਤੇਰੀ ਪੀ ਲੈਟਰੀ ਲੱਗੇਗੀ। ਉਹਨੇ ਆਖਿਆ ਇਹ ਗੱਲ ਆ, ਚੱਲ ਮੈਂ ਚੱਕਰ ਲਾਣਾ ਤੇ ਆ ਕੇ ਤੱਕ ਲੈਣਾ ਪ੍ਰੋਪਰਟੀਆਂ। ਉਹਨੇ ਆ ਕੇ ਪ੍ਰੋਪਰਟੀਆਂ ਚੈੱਕ ਕੀਤੀ, ਉਹਨੇ ਆਖਿਆ ਵਾਕਈ ਇੱਥੇ 70-80 ਹਜ਼ਾਰ ਦਾ ਮਕਾਨ ਤੇ ਬੜਾ ਈਜ਼ੀ ਲੱਭ ਜਾਂਦਾ ਤੇ ਕਿਰਾਏ ਤੇ ਵੀ 700-800 ਯੂਰੋ ਤੇ ਚੜ ਜਾਂਦਾ। ਕਹਿੰਦਾ ਠੀਕ ਹੈ ਯਾਰ, ਮੈਨੂੰ ਇੰਝ ਕਰ ਕੋਈ ਮਕਾਨ ਲੈ ਦੇ। ਉਹਨੇ ਇੰਝ ਕੀਤਾ, ਉਹਨੂੰ ਮਕਾਨ ਉੱਥੋਂ ਢੂੰਡ ਕੇ ਤੇ ਮਕਾਨ ਲੈ ਦਿੱਤਾ। ਤੁਹਾਨੂੰ ਪਤਾ ਯਾਰੀ ਦੋਸਤੀ 'ਚ ਅਸੀਂ ਇੱਕ ਦੂਜੇ ਨੂੰ ਇਸਤੇਮਾਲ ਨਾ ਕਰੀਏ ਤਾਂ ਸਾਨੂੰ ਚੱਸ ਨਹੀਂ ਆਉਂਦੀ, ਇਸਤੇਮਾਲ ਕਰ ਜਾਣਨੇ ਅਸੀਂ ਯਾਰਾਂ ਨੂੰ। ਉਹਨੇ ਮਕਾਨ ਤੱਕ ਕੇ ਦਿੱਤਾ। ਮਕਾਨ ਜਿਸ ਵੇਲੇ ਉਹਨੇ ਖਰੀਦ ਲਿਆ, ਸਾਰੀ ਡਾਕੂਮੈਂਟੇਸ਼ਨ ਹੋ ਗਈ ਸਾਰੀ, ਤੇ ਨਾਲ ਹੀ ਕਹਿੰਦਾ ਯਾਰ ਇੰਝ ਕਰਨਾ, ਕੋਈ ਸਾਲ ਸਾਰਾ ਮੈਂ ਇਹਨਾਂ ਦੇ 'ਚ ਰਹਿ ਲਾ, ਮੇਰੇ ਬੱਚੇ ਆਉਣ ਵਾਲੇ ਨੇ। ਉਹਨੇ ਕਿਹਾ ਠੀਕ ਹੈ ਯਾਰ, ਤੂੰ ਰਹਿ ਲੈ, ਮੇਰੇ ਵਾਸਤੇ ਤਾਂ ਇੱਕੋ ਗੱਲ ਹੈ, ਸਗੋਂ ਚੰਗੀ ਗੱਲ ਆ, ਤੂੰ ਮਕਾਨ ਦਾ ਧਿਆਨ ਤੇ ਰੱਖੇਂਗਾ। ਉਹਨੇ ਕਿਹਾ ਠੀਕ ਹੈ ਚੱਲ ਮੈਂ ਰਹਿਣਾ। ਕੋਈ 2-3 ਮਹੀਨੇ ਉਹਨੇ ਕਿਰਾਇਆ ਦਿੱਤਾ ਉਹਨੂੰ। 2-3 ਮਹੀਨੇ ਤੋਂ ਬਾਅਦ ਜਿਹੜਾ ਉਹਨੇ ਕਿਰਾਇਆ ਦੇਣਾ ਛੱਡ ਦਿੱਤਾ। ਜਿਸ ਵੇਲੇ ਉਹਨੇ ਕਿਰਾਇਆ ਕੋਣਾ ਤਾਂ ਉਹਨੇ ਨੈਟ 'ਚ ਤੱਕਣਾ ਕਰਨਾ ਅਕਾਊਂਟ 'ਚ ਪੈਸੇ ਕੋ ਨਹੀਂ ਆ ਰਹੇ। ਉਹਨੂੰ ਫੋਨ ਕੀਤਾ ਕਿ ਯਾਰ ਇਸ ਤਰ੍ਹਾਂ ਪੈਸੇ ਤੂੰ ਕੋ ਨਹੀਂ ਪਾ ਰਿਹਾ। ਯਾਰ ਪਾ ਦੇਣਾ, ਥੋੜ੍ਹੇ ਹਾਲਾਤ ਟੈਟ ਹੋਏ ਨੇ, ਕੰਮ ਵੀ ਛੁੱਟ ਗਿਆ ਤੇ ਚੱਲ ਮੈਂ ਜਿਹੜਾ ਨਾ ਪੈਸੇ ਪਾ ਦੇ। ਉਹਨੇ ਆਖਿਆ ਯਾਰ ਗੱਲ ਸੁਣ, ਮੈਂ ਮਕਾਨ ਲਿਆ ਬਿਜ਼ਨਸ ਵਾਸਤੇ, ਤੇ ਜੇ ਬਿਜ਼ਨਸ 'ਚ ਹੁਣ ਮਸਾ ਤੂੰ ਹੀ ਆ ਕੇ ਵਿੱਚ ਬਹਿ ਰਵੇਂਗਾ ਤਾਂ ਕਿਸ ਤਰ੍ਹਾਂ ਕੰਮ ਚੱਲੇਗਾ? ਨਹੀਂ ਯਾਰ ਮੈਂ ਕਰ ਦੇਣਾ। ਉਹ 6 ਮਹੀਨੇ ਉਹਨੇ ਫਿਰ ਤੱਕਿਆ, 6 ਮਹੀਨੇ ਉਹਨਾਂ ਕੋਈ ਨਾ ਕਿਰਾਇਆ ਪਾਇਆ। ਉਹ ਆਇਆ ਫਿਰ ਵਾਪਸ ਇੱਥੇ ਯੂਰਪ ਆ ਕੇ ਉਹਨੇ ਕਿਸੇ ਵਕੀਲ ਨਾਲ ਗੱਲ ਕੀਤੀ। ਉਹਨੇ ਆਖਿਆ ਵੀ ਇਸ ਤਰ੍ਹਾਂ ਮੇਰਾ ਮਕਾਨ ਹੈ ਤੇ ਉਹਦੇ 'ਚ ਮੈਂ ਇੱਕ ਬੰਦਾ ਛੱਡਿਆ ਤੇ ਉਹ ਬੰਦਾ ਹੱਲ ਹੀ ਨਹੀਂ ਕਰਦਾ ਪਿਆ। ਵਕੀਲ ਨੇ ਆਖਿਆ ਚਲੋ ਕੋਈ ਗੱਲ ਨਹੀਂ, ਮੈਂ ਗੱਲਬਾਤ ਕਰਨਾ। ਉਹਨੇ ਗੱਲਬਾਤ ਕੀਤੀ ਉਹਦੇ ਨਾਲ। ਉਹਨੇ ਆਖਿਆ ਮੈਂ ਮਕਾਨ ਨਹੀਂ ਛੱਡਣਾ, ਜਾਓ ਜੋ ਕਰਨਾ ਕਰ ਲਓ। ਪਤਾ ਇੱਥੇ ਜਿਸ ਵੇਲੇ ਅਦਾਲਤ ਬੰਦਾ ਨਾ ਕਿਸ਼ਤਾਂ ਵਗੈਰਾ ਦੇ ਤੇ ਪ੍ਰੋਬਲਮ ਬਣਾਉਂਦੀ ਹੈ। ਉਹਨੇ ਵਕੀਲ ਕੀਤਾ, ਵਕੀਲ ਨੇ ਜਿਸ ਅਦਾਲਤ 'ਚ ਕੇਸ ਗਿਆ, ਅਦਾਲਤ ਨੇ ਟਾਈਮ ਦਿੱਤਾ 3 ਸਾਲ ਦਾ, ਵੀ 3 ਸਾਲ ਬਾਅਦ ਉਸ ਬੰਦੇ ਨੇ ਪੇਸ਼ ਹੋਣਾ ਤੇ ਤੂੰ ਵੀ ਨਾਲ ਪੇਸ਼ ਹੋਣਾ, ਫਿਰ ਅਸੀਂ ਕਰਾਂਗੇ, ਕਿਉਂਕਿ ਸਾਡੇ ਕੋਲ ਇਤਨਾ ਟਾਈਮ ਨਹੀਂ ਕਿ ਅਸੀਂ ਤੁਹਾਡੀ ਜਿਹੜੀ ਹੈ ਨਾ ਗੱਲ ਸੁਣੀਏ। ਉਹ ਜਨਾਬ ਉਹਨੇ ਆਖਿਆ ਤੇ ਬੜਾ ਲੰਮੀ ਕਿਸ਼ਤ ਹੋ ਜਾਏਗੀ ਮੇਰੇ ਵਾਸਤੇ, ਮੈਂ ਕਿਸ਼ਤਾਂ ਉਂਝ ਹੀ ਦਿੰਦਿਆਂ ਜਾਣਾ ਤੇ ਉਹਨੇ ਕਬਜ਼ਾ ਕਰਕੇ ਬੈਠਾ ਰਹਿਣਾ। ਅੱਗੋਂ ਜੇ 3 ਸਾਲ ਬਾਅਦ ਆਉਣੀ ਹੈ ਵਾਰੀ, ਨੰਬਰ ਆਉਣਾ ਹੈ ਤੇ ਅੱਗੋਂ ਚਾਹੇ ਤੇ ਫਿਰ 2 ਸਾਲ ਦਾ ਟਾਈਮ ਦੇ ਦੇ। ਕਹਿੰਦਾ ਮੈਂ ਤੇ ਗਿਆ ਫਸ। ਉਹਨੇ ਆਖਿਆ ਯਾਰ ਮੈਨੂੰ, ਵਕੀਲ ਨੂੰ ਕਹਿੰਦਾ ਕੋਈ ਹੋਰ ਤਰੀਕਾ ਦੱਸ। ਵਕੀਲ ਕਹਿੰਦਾ ਹੋਰ ਕੋਈ ਤਰੀਕਾ ਨਹੀਂ, ਬਸ ਇਹ ਤਰੀਕਾ, ਜਿੰਨੀ ਦੇਰ ਤੱਕ ਅਦਾਲਤ ਨਹੀਂ ਕਹਿੰਦੀ ਤੂੰ ਉਹਨੂੰ ਕੱਢ ਨਹੀਂ ਸਕਦਾ। ਉਹਨੇ ਫਿਰ ਉਹਨੂੰ ਫੋਨ ਮਾਰਿਆ ਯਾਰ ਜ਼ਿਆਦਤੀ ਨਾ ਕਰ, ਤੂੰ ਇੰਝ ਕਰ ਮੇਰਾ ਮਕਾਨ ਛੱਡ। ਉਹਨੇ ਆਖਿਆ ਤੂੰ ਅਦਾਲਤ ਪਹੁੰਚ ਗਏ ਤੇ ਜਾ ਜੋ ਕਰਨੀ ਕਰ ਲੈ। ਕਹਿੰਦਾ ਯਾਰ ਪਹਿਲਾਂ ਤਾਂ ਤੂੰ ਮੇਰੇ ਨਾਲ ਲੱਗਿਆ ਸੀ ਤੇ ਹੁਣ। ਉਹਨੇ ਆਖਿਆ ਨਾ ਜਾ ਕੰਮ ਕਰ, ਮੈਂ ਮਕਾਨ ਕੋਈ ਨੂੰ ਛੱਡਣਾ, ਮੈਂ ਬੱਚਿਆਂ ਨੂੰ ਸੜਕ 'ਤੇ ਲਿਆਵਾਂ। ਉਹਨੇ ਆਖਿਆ ਅੱਛਾ ਇਹ ਗੱਲ ਹੈ। ਉਹਨੇ ਅੱਗੇ ਪਿੱਛੇ ਬੰਦਿਆਂ ਨਾਲ ਗੱਲ ਕੀਤੀ, ਤਲੁਕਾਤ ਆਏ ਬੰਦਿਆਂ ਉੱਤੇ। ਕਹਿੰਦਾ ਵੀ ਯਾਰ ਇਸ ਤਰ੍ਹਾਂ ਮੇਰਾ ਮਕਾਨ ਮੈਂ ਖਰੀਦਿਆ ਸੀ ਯਾਰ ਦੋਸਤ ਦੇ ਕਹਿਣ 'ਤੇ ਉਹ ਹੁਣ ਮਕਾਨ 'ਤੇ ਕਬਜ਼ਾ ਕਰਕੇ ਬਹਿ ਰਿਹਾ। ਉਹਨੇ ਆਖਿਆ ਭਾਈ ਇਹਦਾ ਕੋਈ ਹੱਲ ਨਹੀਂ, ਇਹਦਾ ਇੱਕੋ ਹੀ ਹੱਲ ਨਹੀਂ। ਉਹਨੇ ਆਖਿਆ ਕਿ, ਉਹਨੇ ਆਖਿਆ ਤੇ ਕੋਈ ਬੰਦੇ ਨੇ, ਉਹਨਾਂ ਨੂੰ ਥੋੜ੍ਹੇ ਬਹੁਤ ਪੈਸੇ ਦੇ ਜਾਂ ਕੋਈ ਇੰਗਲੈਂਡ ਤੋਂ ਬੰਦੇ ਲਿਆ 2-4, ਤਰੀਕਾ ਮੈਂ ਤੈਨੂੰ ਦੱਸਣਾ। ਉਹਨੇ ਆਖਿਆ ਕੀ ਤਰੀਕਾ? ਉਹਨੇ ਆਖਿਆ ਤੂੰ ਬੰਦੇ ਬੁਲਾ। ਉਹਨੇ ਬੰਦੇ ਬੁਲਾਏ 3-4। ਕਹਿੰਦਾ ਯਾਰ ਲੜਾਈ ਭੰਡੀ ਨਹੀਂ ਕਰਨੀ। ਉਹਨੇ ਆਖਿਆ ਲੜਾਈ ਭੰਡੀ ਕਿਉਂ ਕਰਨੀ ਹੈ, ਤੂੰ ਟੈਨਸ਼ਨ ਹੀ ਨਾ ਲੈ। ਉਹਨੇ ਆਖਿਆ ਫਿਰ? ਉਹਨੇ ਆਖਿਆ ਤੂੰ ਅਦਾਲਤ ਕੇਸ ਕਰ ਦਿੱਤੇ ਆ? ਕਹਿੰਦਾ ਬਿਲਕੁਲ ਕਰ ਦਿੱਤੀ ਹੈ ਕੇਸ ਹੈ। ਉਹਨੇ ਆਖਿਆ ਬੰਦੇ ਬੁਲਾ। ਫਿਰ ਉਹਨੇ ਬੰਦੇ ਬੁਲਾਏ। ਉਹਨੇ ਦੱਸਿਆ ਕਿ ਤੁਸੀਂ ਜਿਹੜਾ ਨਾ ਉਸ ਗਲੀ 'ਚ ਜਿਹੜਾ ਨਾ ਫੀਲਡਿੰਗ ਲਾ ਕੇ ਬਹਿ ਜਾਓ, ਜੋ ਹੀ ਸਾਰੀ ਫੈਮਿਲੀ ਬਾਹਰ ਨਿਕਲਦੀ ਹੈ ਤੁਸੀਂ ਘਰ ਦਾ ਜਿਹੜਾ ਨਾ ਪਾਣੀ ਖੋਲ ਆਵੋ। ਪਾਣੀ ਜਿਹੜਾ ਨਾ ਕਿਚਨ ਦਾ ਵੀ ਅਤੇ ਬਾਥ ਦਾ ਵੀ ਸਾਰਾ ਖੋਲ ਆਵੋ। ਪਾਣੀ ਇੰਝ ਖੋਲ ਕੇ ਆਉਣਾ, ਅੱਗੋਂ ਜਿਹੜਾ ਥੱਲਿਓਂ ਜਾਣ ਵਾਲਾ ਪਾਣੀ ਹੈ ਨਾ ਉਹ ਤੁਸੀਂ ਬੰਦ ਕਰ ਦੇਣਾ, ਪਾਣੀ ਜ਼ਾਇਆ ਉੱਥੇ ਇਕੱਠਾ ਹੁੰਦਾ ਰਹੇ। ਉਹਨਾਂ ਆਖਿਆ ਜੀ ਠੀਕ ਹੈ। ਉਹਨਾਂ ਜਨਾਬ ਬੈਠੇ ਰਹੇ ਬਾਹਰ ਗਲੀ 'ਚ, ਫੀਲਡਿੰਗ ਲਾ ਕੇ ਬੈਠੇ ਰਹੇ। ਉਹ ਜਿਸ ਵੇਲੇ ਫੀਲਡਿੰਗ ਲਾ ਕੇ ਬੈਠੇ, ਉਹਨਾਂ ਪਾਣੀ ਛੱਡਿਆ, ਜਾ ਕੇ ਅੰਦਰ ਵੜੇ, ਪਾਣੀ ਖੋਲ੍ਹ ਦਿੱਤਾ। ਜਿੰਨੀ ਦੇਰ ਤੱਕ ਉਹ ਘਰ ਆਉਂਦੇ ਨੇ ਜਨਾਬ ਬਿਲਡਿੰਗ ਪੂਰੀ 'ਚ ਥੱਲੇ ਤੱਕ ਪਾਣੀ, ਸਾਰੇ ਥਰਡ ਅਪਾਰਟਮੈਂਟ 4ਥੇ ਫਲੋਰ 'ਤੇ ਰਹਿੰਦੇ ਸੀ, ਤੋੜ ਥੱਲੇ ਤੱਕ ਪਾਣੀ ਪਾਣੀ। ਥੱਲੇ ਦੁਕਾਨ ਸੀ ਕੱਪੜੇ ਦੀ, ਉਹ ਸਾਰੀ ਕੱਪੜੇ ਦੀ ਜਿਹੜੀ ਆ ਉਹਦੀ ਸਤਿਆਨਾਸ ਵੱਜ ਗਈ। ਟੋਟਲ ਸਾਰਾ ਜਿਹੜਾ ਪਾਣੀਓ ਪਾਣੀ ਹੋ ਗਿਆ। ਜਿਸ ਵੇਲੇ ਆਏ ਫਾਇਰ ਬ੍ਰਿਗੇਡ ਵਾਲੇ, ਉਹਨਾਂ ਆ ਕੇ ਜਿਸ ਵੇਲੇ ਤੱਕਿਆ ਇੱਧਰੋਂ ਇੱਕ ਫਲੈਟ 'ਚ ਵੜੇ, ਦੂਜੇ 'ਚ ਵੜੇ, ਤੀਜੇ 'ਚ ਵੜੇ, ਜਿਸ 4ਥੇ ਜਿਹੜੇ ਤੱਕਿਆ ਤਾਂ ਇਹਨਾਂ ਦਾ ਪਾਣੀ ਖੁੱਲ੍ਹਿਆ। ਉਹਨਾਂ ਜਨਾਬ ਕੈਮਰੇ 'ਚ ਫੋਟੋਆਂ ਸਾਰੀਆਂ ਛਿੱਕ ਕੇ, ਤੇ ਜਿਸ ਵੇਲੇ ਉਹ ਘਰ ਕੋਈ ਨਹੀਂ ਸੀ, ਜਿਸ ਵੇਲੇ ਵਾਪਸ ਆਏ, ਵਾਪਸ ਆ ਕੇ ਉਹਨਾਂ ਨੇ ਜਿਸ ਦੱਸਿਆ ਕਿ ਤੁਹਾਡੇ ਘਰ ਤੁਸੀਂ ਪਾਣੀ ਖੁੱਲ੍ਹਾ ਛੱਡ ਗਏ। ਉਹਨਾਂ ਆਖਿਆ ਨਹੀਂ ਅਸੀਂ ਤਾਂ ਪਾਣੀ ਖੁੱਲ੍ਹਾ ਨਹੀਂ ਛੱਡ ਕੇ ਗਏ। ਉਹਨਾਂ ਆਖਿਆ ਜੀ ਪਾਣੀ ਤੁਸੀਂ ਖੁੱਲ੍ਹਾ ਛੱਡਿਆ। ਉਹਨਾਂ ਜਨਾਬ ਮਾਲਕ ਨਾਲ ਰਾਬਤਾ ਕੀਤਾ, ਮਾਲਕ ਜਿਹਦਾ ਮਕਾਨ ਸੀ ਜਿਹਦੇ ਨਾਂ 'ਤੇ ਸੀ, ਉਹਨੂੰ ਕਹਿੰਦੇ ਨੇ ਵੀ ਇਸ ਤਰ੍ਹਾਂ ਤੇਰੇ ਮਕਾਨ 'ਚ ਇਹ ਵਾਕਿਆ ਹੋ ਗਿਆ। ਉਹ ਕਹਿੰਦਾ ਮੈਂ ਤਾਂ ਅੱਗੇ ਅਦਾਲਤ ਗਏ ਹਾਂ ਤੇ ਮੇਰਾ ਮਕਾਨ ਨਹੀਂ ਇਹ ਛੱਡਦਾ ਪਿਆ।
ਮੈਨੂੰ ਤੇ ਪਤਾ ਹੀ ਨਹੀਂ ਇਸ ਗੱਲ ਦਾ। ਤੇ ਉਹਨਾਂ ਆਖਿਆ ਅੱਛਾ ਇਹ ਗੱਲ ਹੈ। ਉਹਨਾਂ ਜਨਾਬ ਉਹਨੂੰ ਆਖਿਆ, ਉਹਨੂੰ ਅਦਾਲਤ ਬੁਲਾਇਆ ਫਟਾਫਟ ਐਮਰਜੈਂਸੀ, ਜਿਹਨੇ ਕਿਰਾਏ ਤੇ ਜਿਹੜਾ ਰਹਿੰਦਾ ਸੀ ਪਿਆ। ਉਹਨੂੰ ਆਖਿਆ ਆ ਬਈ ਤੂੰ ਦੱਸ ਕੋਈ ਸਬੂਤ ਦੇ ਸਾਨੂੰ, ਤੂੰ ਨਹੀਂ ਖੋਲਿਆ, ਕਿਉਂਕਿ ਇਹ ਤਾਂ ਸਾਰਾ ਤੇਰੇ ਤੇ ਪੈਂਦਾ ਪਿਆ, ਕਿਉਂਕਿ ਤੂੰ ਉੱਥੇ ਕਿਰਾਏ ਤੇ ਰਹਿ ਰਿਹਾ, ਤੂੰ ਗੈਰ ਜ਼ਿੰਮੇਦਾਰੀ ਕੀਤੀ ਹੈ। 4 ਮਕਾਨਾਂ 'ਚ ਪਾਣੀ ਵੜ ਗਿਆ, ਥੱਲੇ ਦੁਕਾਨ ਹੈ, ਉਹਦੇ ਸਾਰੇ ਕੱਪੜੇ ਖਰਾਬ ਹੋ ਗਏ ਨੇ, ਤੇ ਤੂੰ ਇਹਦਾ ਜਿਹੜਾ ਜੁਰਮਾਨਾ ਪੇ ਕਰਨਾ। ਉਹਨੇ ਆਖਿਆ ਮੈਂ ਜੁਰਮਾਨਾ ਕਿਉਂ ਪੇ ਕਰਨਾ? ਉਹਨੇ ਆਖਿਆ, ਅਦਾਲਤ ਨੇ ਆਖਿਆ ਇਹ ਅਸੀਂ ਦਿੰਦੇ ਹਾਂ ਆਰਡਰ ਕਿ ਤੂੰ ਜਿਹੜਾ 5 ਲੱਖ ਯੂਰੋ ਜਿਹੜਾ ਇਹ ਸਾਰਿਆਂ ਦਾ ਜਿਹੜਾ ਤੂੰ ਭਰਨਾ, ਕਿਉਂਕਿ ਤੇਰੀ ਗਲਤੀ ਦੀ ਵਜ੍ਹਾ ਨਾਲ ਜਿਹੜਾ ਤੂੰ ਇੰਸ਼ੋਰੈਂਸ ਕਰਾਈ ਹੈ। ਕਹਿੰਦਾ ਨਹੀਂ ਮੈਂ ਇੰਸ਼ੋਰੈਂਸ ਨਹੀਂ ਕਰਾਈ। ਮੈਂ ਕਿਹਾ ਇੰਸ਼ੋਰੈਂਸ ਨਹੀਂ ਕਰਾਈ ਤੇ ਸਾਰੇ ਦਾ ਸਾਰਾ ਤੇਰੇ ਤੇ ਪੈਂਦਾ ਤੇ ਤੂੰ ਇਹ ਲਾਜ਼ਮੀ ਦੇਣੇ ਨੇ। ਉਹਨੇ ਆਖਿਆ ਜਿਸ ਟਾਈਮ ਤੇਰੇ ਬੈਂਕ 'ਚ ਤਨਖਾਹ ਆਉਣੀ ਹੈ ਅਸਾਂ ਕੱਟੀ ਜਾਣੀ ਹੈ। ਉਹਨੇ ਢੇਰ ਮਿੰਨਤਾਂ ਕੀਤੀਆਂ। ਉਹਨੇ ਆਖਿਆ ਛੱਡ ਦਿਓ ਛੱਡ ਦਿਓ। ਉਹਨੇ ਆਖਿਆ ਨਾ ਅਸੀਂ ਨਹੀਂ ਛੱਡ ਸਕਦੇ ਮਾਜ਼ਰਤ ਨਾਲ, ਕਿ ਤੂੰ ਜਿਹੜਾ ਇਹ ਪੈਸੇ ਦੇਣੇ ਹੀ ਦੇਣੇ ਨੇ, ਜਿਸੇ ਤੇਰੇ ਅਕਾਊਂਟ 'ਚ ਪੈਸੇ ਆਉਣੇ ਨੇ ਅਸੀਂ ਪੈਸੇ ਛਿੱਕ ਲੈਣੇ, ਭਾਵੇਂ ਜਿਸ ਤਰ੍ਹਾਂ ਵੀ ਤੇਰੇ ਅਕਾਊਂਟ 'ਚ ਆਏ। ਉਹ ਜਨਾਬ ਹੱਥੋਂ ਹੱਥ ਹੋ ਗਿਆ। ਉਹਨੇ ਆਖ ਕੇ ਫਿਰ ਉਹਨੂੰ ਮਕਾਨ ਉਹ ਛੱਡਣਾ ਪਿਆ ਉੱਥੋਂ। ਮਕਾਨ ਜਿਸੇ ਛੱਡੀ ਉਸ ਅਦਾਲਤ 'ਚ ਕੇਸ ਫਿਰ ਗਿਆ ਵੀ ਉਹਨਾਂ ਆਖਿਆ ਜੀ ਇਹ ਮਕਾਨ ਇਹਨੇ ਛੱਡ ਦਿੱਤੇ ਹੈ। ਉਹਨੇ ਛੱਡਿਆ। ਉਹਨੇ ਆਖਿਆ ਠੀਕ ਹੈ ਜੀ, ਜਿਹੜੀਆਂ ਕਿਸ਼ਤਾਂ ਰਹਿੰਦੀਆਂ ਨੇ ਉਹ ਮੈਂ ਪੇ ਕਰਨਾ, ਤੇ ਤੁਸੀਂ ਇੰਝ ਕਰੋ ਕਿ ਮੈਨੂੰ ਮਕਾਨ ਮੇਰਾ ਵਾਪਸ ਜਿਹੜਾ ਕੇਸ ਜਿਹੜਾ ਖ਼ਤਮ ਕਰੋ। ਉਹਨਾਂ ਕੇਸ ਖ਼ਤਮ ਕੀਤਾ ਤੇ ਉਹਨੂੰ ਕਿਹੜੇ ਮੈਂ ਹਾਲਾ ਸਾਲ ਡੇਢ ਬਾਅਦ ਪਤਾ ਲੱਗਾ ਕਿ ਗੇਮ ਇਹਨੇ ਕਰਵਾਈ ਸੀ। ਉਹ ਫਿਰ ਇਹਦੇ ਕੋਲ ਆਇਆ। ਉਹਨੇ ਆਖਿਆ ਯਾਰ ਤੂੰ ਇੰਝ ਨਾ ਕਰ, ਤੂੰ ਜਿਹੜਾ ਨਾ ਤੇਰੇ ਕੋਲ ਇੰਸ਼ੋਰੈਂਸ ਆਈ ਉਸ ਟਾਈਮ, ਤਾਂ ਤੂੰ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕਰ ਤੇ ਜਿਹੜਾ ਮੇਰੇ ਪੈਸੇ ਖਤਮ। ਉਹਨੇ ਆਖਿਆ ਯਾਰ ਮੈਨੂੰ ਪਤਾ ਹੀ ਨਹੀਂ, ਤੂੰ ਹੀ ਕੋਈ ਲਾਪਰਵਾਹੀ ਕੀਤੀ ਹੈ, ਮੈਂ ਤਾਂ ਤੈਨੂੰ ਉਦੋਂ ਵੀ ਆਖਿਆ ਸੀ। ਗੱਲ ਕਹਿਣ ਦਾ ਮਕਸਦ ਇਹ ਹੈ ਕਿ ਉਹਨੇ ਤਾਂ ਆਪਣੀ ਜਗ੍ਹਾ ਤੋਂ ਬੜੀ ਹੁਸ਼ਿਆਰੀ ਕੀਤੀ ਕਿ ਮੈਂ ਇਹਦੇ ਮਕਾਨ 'ਤੇ ਕਬਜ਼ਾ ਕਰ ਲਾਂਗਾ, ਲੇਕਿਨ ਮਕਾਨ 'ਤੇ ਕਬਜ਼ੇ ਐਡੇ ਸੌਖੇ ਨਹੀਂ ਹੈ, ਕਈ ਵਾਰੀ ਲੈਣੇ ਦੇ ਦੇਣੇ ਪੈ ਜਾਂਦੇ ਨੇ। ਲੜਾਈਆਂ ਨਾਲ ਕੁਝ ਨਹੀਂ ਹੁੰਦਾ। ਉਹਨੇ ਦਿਮਾਗ ਇਸਤੇਮਾਲ ਕੀਤਾ, ਦਿਮਾਗ ਇਸਤੇਮਾਲ ਕਰਕੇ ਜਨਾਬ ਉਹਨੇ ਮਕਾਨ ਆਪਣਾ ਵੀ ਲੈ ਲਿਆ ਤੇ ਗੇਮ ਹੀ ਸੈੱਟ ਕਰ ਲਿਆ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਤਾਂ ਕਿ ਮੇਰੀ ਕੋਈ ਵੀਡੀਓ ਅੱਛੀ ਹੋਵੇ ਅੱਗੇ ਜਾਏ। ਤੇ ਇਸ ਵਾਸਤੇ ਦੁਆਵਾਂ 'ਚ ਯਾਦ ਰੱਖਿਆ ਕਰੋ। ਅੱਲਾ ਹਾਫਿਜ਼।